ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਅੱਜ ਮੈਂ ਗੱਲ ਕਰਨ ਲੱਗੀ ਹਾਂ ਜਿਸ ਰੂਹ ਦੀ, ਉਹ ਸਾਰਿਆਂ ਨੂੰ ਪਤਾ ਹੀ ਆ, ਹਰ ਪੰਜਾਬੀ ਦੀ ਜ਼ੁਬਾਨ 'ਤੇ ਆ, ਬਲਕਿ ਇੰਡੀਆ ਵਿੱਚ ਹੀ ਪਤਾ ਹੈਗਾ। ਇੱਕ ਐਸੀ ਰੂਹ ਧਰਤੀ ਨੂੰ ਛੱਡ ਕੇ ਗਈ ਆ ਜਿਹਦੀ ਅਰਦਾਸ ਘਰ ਘਰ 'ਚ ਹੋ ਰਹੀ ਆ, ਜਿਹਦੇ ਲਈ ਪਾਠ ਬਾਹਰਲੇ ਦੇਸ਼ਾਂ ਵਿੱਚ ਲੋਕ ਰੱਖ ਰਹੇ ਨੇ। ਹਰ ਸਟੇਟ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਾਠ ਹੋਣੇ ਸ਼ੁਰੂ ਹੋ ਗਏ ਨੇ। ਐਸੀ ਰੂਹ, ਖੈਰ ਇਹ ਚੀਜ਼ ਦਾ ਉਹਦੇ ਜੀਂਦੇ ਜੀ ਸ਼ਾਇਦ ਉਹਨੂੰ ਇੰਨਾ ਆਭਾਸ ਕਦੀ ਹੋਇਆ ਹੀ ਨਹੀਂ ਹੋਣਾ ਤੇ ਨਾ ਕਰਾਇਆ ਹੀ ਹੋਣਾ ਦੁਨੀਆ ਨੇ, ਜਿੰਨਾ ਜਾਣ ਤੋਂ ਬਾਅਦ ਕਰਾਇਆ। ਤੁਹਾਨੂੰ ਪਤਾ ਹੀ ਹੈ, ਕਈ ਲੋਕ ਇਸ ਧਰਤੀ 'ਤੇ ਆਉਂਦੇ ਆ, ਉਹਨਾਂ ਵਿਚਾਰਿਆਂ ਦਾ ਇੱਕ ਪਾਠ ਵੀ ਨਹੀਂ ਹੋ ਸਕਦਾ। ਤੇ ਇੱਕ ਐਸੀ ਰੂਹ ਕਿੰਨੇ ਸਾਲਾਂ ਬਾਅਦ ਕੋਈ ਇਹੋ ਜਿਹੀ ਰੂਹ ਗਈ ਆ ਜਿਹਦੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਹਰ ਅੱਖ 'ਚੋਂ ਅਥਰੂ ਵਗਿਆ ਵਾ, ਚਾਹੇ ਉਹ ਅੱਖਾਂ ਦੁਸ਼ਮਣ ਦੀਆਂ ਹੋਣ ਜਾਂ ਮਿੱਤਰਾਂ ਦੀਆਂ ਹੋਣ, ਹਰ ਅੱਖ 'ਚੋਂ ਅਥਰੂ ਵਗਿਆ ਵਾ। ਦੀਪ ਸਿੱਧੂ, ਇੱਕ ਨੌਜਵਾਨ ਹੀਰਾ। ਉਹ ਪਿਕਚਰਾਂ 'ਚ ਬਾਅਦ ਵਿੱਚ ਜਿਵੇਂ ਉਹਦੀ ਹਿਸਟਰੀ ਜਾਣੀ ਕਿ ਉਹ ਇੱਕ ਮਾਡਲ ਵੀ ਸੀ, ਪਿਕਚਰਾਂ 'ਚ ਵੀ ਇੱਕ ਕੰਮ ਕਰਦਾ ਸੀ, ਪਰ ਮੈਂ ਕਦੀ ਕੋਈ ਪਿਕਚਰ ਨਹੀਂ ਦੇਖੀ ਉਹਦੀ, ਨਾ ਮੈਨੂੰ ਪਤਾ ਹੀ ਉਹਦੀ ਮਾਡਲਿੰਗ ਕੈਰੀਅਰ ਬਾਰੇ। ਮੈਨੂੰ ਪਛਾਣ ਹੋਈ ਜਦੋਂ ਕਿਸਾਨ ਮੋਰਚੇ ਦੇ ਵਿੱਚ ਇੱਕ ਮੁੰਡਾ ਪਤਲਾ ਜਿਹਾ ਜਵਾਨ ਸੋਹਣਾ ਸੁਨੱਖਾ ਤੇ ਭੱਜਾ ਫਿਰਦਾ ਸੀ, ਕਦੀ ਇੱਧਰ ਕਦੀ ਉੱਧਰ, ਕਿ ਉਹਦੀ ਕੋਈ ਗੱਲ ਮੰਨ ਲਈ। ਪਰ ਜਿਹੜੇ ਉੱਥੇ ਬਜ਼ੁਰਗ ਬੈਠੇ ਸੀ ਤੇ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੀਆਂ ਕੁਰਸੀਆਂ ਜਾਂ ਉਹਨਾਂ ਦੀ ਚੌਧਰ ਛਿਨ ਜਾਏ, ਤੇ ਸਾਰੇ ਉਹਨੂੰ ਤੱਕ ਕੇ ਪਰਾਂ ਸੁੱਟਣ ਡਿਆ ਸੀ। ਉਹਨੇ ਬੜੀ ਕੋਸ਼ਿਸ਼ ਕੀਤੀ, ਬੈਠਾ ਰਿਹਾ, ਕਦੀ ਇੱਧਰ ਜਾਂਦਾ ਸੀ ਕਦੀ ਉੱਧਰ ਜਾਂਦਾ ਸੀ, ਪਰ ਕਿਸੇ ਨੇ ਉਹਨੂੰ ਸਮਝਿਆ ਨਹੀਂ। ਕਹਿਣ ਕੇ ਵਿਚਾਰਾਂ ਦੇ ਮਤਭੇਦ ਨੇ, ਬੇਸ਼ੱਕ ਵਿਚਾਰਾਂ ਦੇ ਮਤਭੇਦ ਆ, ਉਹ ਖੁਦ ਚੱਲ ਕੇ ਜਾ ਰਿਹਾ ਹੁੰਦਾ ਸੀ ਕਿ ਆਪਾਂ ਇੱਕ ਪਲੇਟਫਾਰਮ 'ਤੇ ਇੱਕ ਮਤਲਬ ਕਿ ਬੈਠੀਏ, ਪਰ ਸਭ ਨੂੰ ਇਹ ਵੀ ਇਹ ਖੁਸ਼ ਨਾ ਜਾਏ, ਚੌਧਰ ਨਾ ਹੋ ਜਾਏ। ਚੌਧਰ ਤੇ ਉਹਦੀ ਹੀ ਹੋਣੀ ਹੁੰਦੀ ਆ ਜਿਹਦੀ ਰੱਬ ਨੇ ਲਿਖੀ ਹੁੰਦੀ ਆ। ਹੁਣ ਵੇਖੋ ਉਸ ਇਨਸਾਨ ਦੇ ਲਈ ਗੁਰਬਾਣੀ ਪੜ੍ਹੀ ਜਾ ਰਹੀ ਆ, ਪਾਠ ਕੀਤੇ ਜਾ ਰਹੇ ਨੇ। ਮੈਂ ਸੋਚਦੀ ਹਾਂ ਕਿ ਜਦੋਂ ਖਤਮ ਹੋਇਆ ਹੋਊਗਾ ਬਹੁਤ ਦਰਦ ਹੋਇਆ ਹੋਣਾ, ਬਹੁਤ ਜ਼ਿਆਦਾ, ਬਹੁਤ ਪੀੜ ਵਿੱਚ ਹੋਣਾ ਉਸ ਮੂਮੈਂਟ 'ਚ, ਇੰਨੀ ਤਕਲੀਫ 'ਚ ਹੋਣਾ ਵਾ। ਪਰ ਜਦੋਂ ਚਲੇ ਗਿਆ ਹੋਊਗਾ ਧਰਤੀ 'ਤੇ ਜ਼ਰੂਰ ਜਿੱਥੇ ਵੀ ਹੋਊਗਾ ਤੇ ਉਹਦੀ ਰੂਹ ਨੂੰ ਸਕੂਨ ਮਿਲ ਰਿਹਾ ਹੋਣਾ ਕਿ ਇੰਨੀ ਭਗਤੀ ਹੋ ਰਹੀ ਉਹਦੇ ਲਈ, ਇੰਨੇ ਪਾਠ ਹੋ ਰਹੇ ਉਹਦੇ ਲਈ। ਜਦ ਇਨਸਾਨ ਇਸ ਧਰਤੀ 'ਤੇ ਹੁੰਦਾ ਤੇ ਲੋਕਾਂ ਨੂੰ ਪਛਾਣ ਨਹੀਂ ਆਉਂਦੀ। ਜਿੰਨੀ ਭੀੜ ਤੁਸੀਂ ਹੁਣ ਉਹਦੇ ਸੰਸਕਾਰ 'ਤੇ ਤੁਸੀਂ ਆਪਾਂ ਤਾਂ ਇੱਥੋਂ ਹੀ ਵੇਖੀਆਂ ਨਾ, ਇਹ ਪਿਕਚਰਾਂ ਵਿੱਚ ਹੀ, ਤੇ ਮੈਂ ਤਾਂ ਟਿਕਟੋਕ ਦੀਆਂ ਪਿਕਚਰਾਂ 'ਚ ਹੀ ਵੇਖਿਆ। ਮੈਂ TV 'ਤੇ ਬਹੁਤ ਲਾਇਆ ਪਰ ਮੈਨੂੰ ਕੁਛ ਨਜ਼ਰ ਨਹੀਂ ਆਇਆ, ਉੱਥੋਂ ਵੇਖਿਆ। ਇੰਨੀ ਦੁਨੀਆ ਹੀ, ਜੇ ਉਸ ਟਾਈਮ ਹੀ ਉਹਨਾਂ 'ਚੋਂ ਅੱਧੀ ਦੁਨੀਆ ਵੀ ਉਹਦੇ ਨਾਲ ਹੁੰਦੀ ਤੇ ਉਹ ਮਹਿਸੂਸ ਕਰਦਾ ਉਸ ਚੀਜ਼ ਨੂੰ, ਉਹਨੂੰ ਖੁਸ਼ੀ ਹੁੰਦੀ ਤਾਂ ਉਹ ਝੰਡੇ ਨੂੰ ਹੋਰ ਮਜ਼ਬੂਤੀ ਦੇ ਨਾਲ ਫੜਦਾ। ਪਰ ਇੱਦਾਂ ਨਹੀਂ ਹੋਇਆ। ਜੀਂਦੇ ਜੀ ਇੱਕ ਸਭ ਦਾ, ਕੋਈ ਉੱਧਰੋਂ ਤੱਕ ਦਿੰਦਾ ਸੀ, ਕੋਈ ਉੱਧਰੋਂ ਤੱਕ ਦਿੰਦਾ ਸੀ। ਉਹਨੇ ਬਥੇਰੇ ਤਰਲੇ ਕੀਤੇ, ਸਮਝਾਇਆ ਲੋਕਾਂ ਨੂੰ, ਸਮਝਾਇਆ ਕਿ ਉਹ ਪੰਜਾਬ ਦੇ ਹਿੱਤ ਵਿੱਚ ਆ, ਉਹ ਪੰਜਾਬ ਦੇ ਹਿੱਤ ਦੀ ਗੱਲ ਕਰ ਰਿਹਾ। ਲੋਕ ਕਹਿਣ ਕਿ ਅਸੀਂ ਉਹਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹਾਂ। ਚਲੋ, ਤੁਸੀਂ ਉਹਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਆ। ਹੁਣ ਉਹ 37 ਸਾਲ ਦਾ ਹਜੇ ਹੋਇਆ, ਕਿੰਨੀ ਚੀਜ਼ਾਂ ਉਹਦੀ ਜ਼ਿੰਦਗੀ 'ਚ ਇੰਪਰੂਵ ਆਉਣੀਆਂ ਸੀ। ਉਹ ਜਿਉਂ-ਜਿਉਂ ਉਹਦੀ
ਚੱਲਦੀ ਰਹਿੰਦੀ ਜ਼ਿੰਦਗੀ, ਤੁਸੀਂ ਉਹਨੂੰ ਸਾਰੇ ਸਾਥ ਦਿੰਦੇ ਰਹਿੰਦੇ, ਤੇ ਇਹ ਸਾਰੀਆਂ ਚੀਜ਼ਾਂ ਉਹਦੀ ਜ਼ਿੰਦਗੀ ਦੀਆਂ ਇੰਪਰੂਵ ਹੁੰਦੀਆਂ ਜਾਣੀਆਂ ਸੀ। ਤੇ ਉਹਨੇ ਕਾਫੀ ਜ਼ਿਆਦਾ, ਉਹਨੂੰ ਤਜਰਬੇ ਹੋਣੇ ਸੀ, ਤੇ ਉਹਨੇ ਕਾਫੀ ਕੁਝ ਸਮਝਣਾ ਸੀ। ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਨਹੀਂ ਲੱਗਣਦੀਆਂ, ਉਹ ਬਾਅਦ ਵਿੱਚ ਤੁਹਾਨੂੰ ਚੰਗੀਆਂ ਲੱਗਣੀਆਂ ਸ਼ੁਰੂ ਕਰ ਜਾਣੀਆਂ ਸੀ, ਕਿ ਉਹਨੇ ਵੀ ਤੁਹਾਡੇ ਰੰਗ ਵਿੱਚ ਰੰਗੇ ਜਾਣਾ ਸੀ। ਪਰ ਨਹੀਂ, ਸਾਨੂੰ ਉਹਦੀ ਵਿਚਾਰਧਾਰਾ ਨਹੀਂ ਪਸੰਦ। ਕੁਛ ਉਹ ਇੱਕ ਐਸਾ ਚਿਹਰਾ ਹੀ ਯੂਥ ਲਈ, ਕਿਉਂਕਿ ਇੰਸਪਾਇਰ ਕਰਦਾ ਹੈ ਲੋਕਾਂ ਨੂੰ, ਜਵਾਨਾਂ ਨੂੰ। ਉਹਦੇ ਲੀਡਰ ਬਣਨ ਵਿੱਚ ਜਾਂ ਉਹਨੂੰ ਅੱਗੇ ਲਾਉਣ ਤੇ ਮੇਰੇ ਹਿਸਾਬ ਨਾਲ ਜਵਾਨ ਮੁੰਡਿਆਂ ਨੂੰ ਬਹੁਤ ਜ਼ਿਆਦਾ ਸੇਧ ਮਿਲਣੀ ਸੀ। ਉਹਦੇ ਅੱਗੇ ਲੱਗਣ ਨਾਲ ਫਾਇਦਾ ਹੀ ਹੋਣਾ ਹੀ ਯੂਥ ਨੂੰ, ਔਰ ਲੋਕਾਂ ਦੇ ਬੱਚੇ ਵੀ ਇੱਕ ਚੰਗੀ ਸੇਧ ਵੱਲ ਜਾਣੇ ਸੀ। ਉਹ ਕੋਈ ਏਡਾ ਤਾਂ ਹੈ ਨਹੀਂ ਵੀ ਗਲੀ ਚੋਂ ਨਿਕਲ ਕੇ ਕੋਈ ਅਵਾਰਾ ਆ ਗਿਆ ਸੀ। ਐਜੂਕੇਸ਼ਨ ਉਹਦੇ ਕੋਲ ਹੀ, ਵਕੀਲ ਉਹ ਸੀ, ਮਾਡਲਿੰਗ ਉਹਨੇ ਕੀਤੀ, ਪਿਕਚਰਾਂ 'ਚ ਉਹਨੇ ਕੰਮ ਕੀਤਾ। ਇਹ ਤਾਂ ਹੈ ਨਹੀਂ ਕੋਈ ਵਿਹਲਾ ਹੀ ਨਕਾਰਾ ਹੀ ਸੜਕ ਤੇ ਬੈਠਾ ਨਸ਼ੇ ਕਰਨ ਡਿਆ ਸੀ। ਤੁਸੀਂ ਉਹਨੂੰ ਸਾਥ ਤੇ ਦਿੰਦੇ ਜਦੋਂ ਜਿਉਂਦਾ ਸੀ। ਫਿਰ ਉਹਨੇ ਇਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਮਤਲਬ ਕਿ ਜੁਆਇਨ ਕਰ ਲਈ। ਜਿਹੜੀ ਉਹਦੀ ਮੈਨੂੰ ਸਭ ਤੋਂ ਵਧੀਆ ਲਾਸਟ ਵਾਲੀ ਗੱਲ ਲੱਗੀ, ਜਦੋਂ ਉਹਨੇ ਝਾੜੂ ਫੜਿਆ ਹੱਥ ਵਿੱਚ ਤੇ ਇੱਕ ਹੱਥ ਵਿੱਚ ਸ੍ਰੀ ਸਾਹਿਬ ਫੜ ਕੇ, ਜਦੋਂ ਉਹਨੇ ਕਿਹਾ ਕਿ ਅਸੀਂ ਪੰਜਾਬੀ, ਇਹ ਝਾੜੂ ਸਾਡੀ ਕਾਬਲੀਅਤ ਨਹੀਂ ਆ, ਸਾਡੀ ਕਾਬਲੀਅਤ ਹੈਗੀ ਆ ਇਹ ਕਿਰਪਾ, ਸ੍ਰੀ ਸਾਹਿਬ। ਸਾਡੀ ਪਛਾਣ ਹੈਗੀ ਆ ਸ੍ਰੀ ਸਾਹਿਬ, ਝਾੜੂ ਨਹੀਂ, ਬੋਕਰ ਨਹੀਂ, ਬੋਕਰਾਂ ਨਹੀਂ ਫੇਰਨੀਆਂ। ਇਹ ਸਾਡੀ ਪਛਾਣ ਨਹੀਂ ਆ, ਤੇ ਤੁਸੀਂ ਆਪਣੀ ਪਛਾਣ ਦੇ ਥੱਲੇ ਹੀ ਰਹੋ। ਪਰ ਨਹੀਂ, 37 ਸਾਲ ਦਾ ਉਹਨੂੰ ਸਾਰੀ ਨੌਲੇਜ ਸੀ ਸਿੱਖੀ ਖਾਲਸੇ ਦੀ। ਜੇ ਕਿਸੇ ਨੂੰ ਗਿਆਨ ਨਾ ਹੋਵੇ ਤੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਜਾਂਦਾ। ਉਹਨੂੰ ਸਾਰੀ ਨੌਲੇਜ ਸੀ ਗੁਰੂ ਸਾਹਿਬਾਨਾਂ ਦੀ। ਉਹ ਗੁਰੂਆਂ ਦੀਆਂ ਗੱਲਾਂ ਕਰਦਾ ਸੀ, ਖਾਲਸੇ ਦੀਆਂ ਗੱਲਾਂ ਕਰਦਾ ਸੀ। ਸਾਰੀ ਸਮਝ ਸੀ, ਬਿਨਾਂ ਸਮਝ ਤੋਂ ਨਹੀਂ ਕੁਛ ਹੁੰਦਾ। ਫਿਰ ਉਹ ਕਿੰਨਾ ਟਾਈਮ ਦਿੰਦਾ ਸੀ। ਅਜੇ ਤੇ ਉਹ ਫ੍ਰੀ ਆਫ ਸਰਵਿਸ ਹੀ ਕਰ ਰਿਹਾ ਸੀ ਨਾ, ਤੇ ਜੇ ਲੀਡਰ ਬਣ ਜਾਂਦਾ, ਕੁਛ ਉਹਨੂੰ ਤੁਸੀਂ ਜੀਂਦੇ ਜੀ ਬਣਾ ਦਿੰਦੇ, ਤੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਹੱਥਾਂ 'ਚ ਜੇ ਉਹ ਬਾਦਲ ਜਿਨ੍ਹਾਂ ਨੇ ਤੁਰੇ ਜਾਂਦਿਆਂ ਜੇ ਇੱਕ ਡਬਲ ਰੋਟੀ ਵਾਲੀ ਦੀ ਦੁਕਾਨ ਵੇਖੀ ਤੇ ਵੇਖਿਆ ਕਿ ਇੱਥੇ ਪੈਸਾ ਬਿਜ਼ਨਸ ਜ਼ਿਆਦਾ ਆ ਰਿਹਾ ਵਾ, ਪੈਸਾ ਜ਼ਿਆਦਾ ਆ ਰਿਹਾ ਵਾ, ਤਾਂ ਉਹਨਾਂ ਨੇ ਉਹ ਡਬਲ ਰੋਟੀ ਵਾਲੇ ਓਨਰ ਨੂੰ ਹੀ ਬਾਹਰ ਕੱਢ ਕੇ ਤੇ ਆਪਣੇ ਥੱਲੇ ਕਰ ਲਈ। ਜਿਹੜੀ ਜ਼ਮੀਨ ਜ਼ਿਆਦਾ ਵਧੀਆ ਲੱਗੀ ਉਹਨਾਂ ਨੂੰ, ਉਹ ਉਹਨਾਂ ਆਪਣੇ ਥੱਲੇ ਕਰ ਲਈ। ਇੰਡੋ ਕੈਨੇਡੀਅਨ ਦਾ ਕੋਈ ਓਨਰ ਹੋਰ ਹੀ ਸੀ, ਉਹ ਆਪਣੇ ਥੱਲੇ ਕਰ ਲਈ। ਉਹ ਕਿੰਨੇ ਸਾਲਾਂ ਤੋਂ ਸਾਡੇ ਪੰਜਾਬ ਦੇ ਪੈਸਾ ਖਾ ਰਹੇ ਆ। ਉਹ ਬਜ਼ੁਰਗ ਬਾਦਲ 10 ਜਾਣੇ ਉਹਨੂੰ ਫੜਦੇ ਆ, ਕੋਈ ਉਹਦਾ ਨਾਲਾ ਬੰਦਾ, ਪਰ ਉਹਦੀ ਅਜੇ ਤੱਕ CM ਦੀ ਭੁੱਖ ਨਹੀਂ ਗਈ। ਤੇ ਤੁਸੀਂ ਉਹਨਾਂ ਚੀਜ਼ਾਂ 'ਚੋਂ ਬਾਹਰ ਨਿਕਲ ਕੇ ਕਿਸੇ ਹੋਰ ਪਰਿਵਾਰ ਦੇ, ਪਹਿਲਾਂ ਮੈਂ ਸੋਚਦੀ ਹਾਂ ਕਿ ਕੋਈ ਆਉਣ ਹੀ ਨਹੀਂ ਡਿਆ, ਕੋਈ ਯੂਥ ਦੇ ਵਿੱਚੋਂ ਜੋ ਕਿ ਆਉਣਾ ਚਾਹੀਦਾ ਵਾ, ਇੱਕ ਪਰਿਵਾਰ 'ਚੋਂ ਨਿਕਲ ਕੇ ਲੀਡਰਸ਼ਿਪ ਕਿਸੇ ਹੋਰਨਾਂ ਦੇ ਹੱਥਾਂ 'ਚ ਜਾਣੀ ਚਾਹੀਦੀ ਆ, ਤੇ ਸ਼ਾਇਦ ਇਸ ਪੰਜਾਬ ਦਾ ਕੁਝ ਸੁਧਾਰ ਹੋ ਸਕੇ। ਤੁਦੀਪ ਸਿੱਧੂ ਬਾਹਰ ਨਿਕਲਿਆ ਹੀ, ਟਾਈਮ ਦੇ ਰਿਹਾ ਹੀ, ਜ਼ਿਆਦਾ ਟਾਈਮ ਉਹ ਘਰ ਤੋਂ ਬਾਹਰ ਰਹਿ ਰਿਹਾ ਹੀ। ਔਰ ਜਿਸ ਲੋਕ ਕਹਿੰਦੇ ਕਿ ਉਹ ਲੀਡਰਸ਼ਿਪ ਚਾਹੁੰਦਾ ਸੀ, ਉਹ ਆਹ ਚਾਹੁੰਦਾ ਸੀ, ਉਹ ਆਹ ਬਣਨਾ ਚਾਹੁੰਦਾ ਸੀ, ਤੇ ਜੇ ਬਣਨਾ ਵੀ ਚਾਹੁੰਦਾ ਸੀ ਤੇ ਕੀ ਤਕਲੀਫ ਸੀ? ਕੀ ਤਕਲੀਫ ਸੀ? ਤੁਸੀਂ ਉਹਨਾਂ ਨੂੰ ਬਣਾਇਆ ਹੋਇਆ ਵਾ ਜਿਵੇਂ ਬਾਦਲ ਨੇ, ਕੈਪਟਨ ਆ, ਉਹ ਦੋਵੇਂ ਇੱਕ ਦੂਸਰੇ ਦੇ ਕੁੜੀਆਂ ਮੁੰਡੇ
ਇੱਕ ਦੂਸਰੇ ਦੇ ਘਰਾਂ 'ਚ ਵਿਆਹੇ ਹੋਏ, ਪੈਸਾ ਟ੍ਰਾਂਸਫਰ ਇੱਧਰ ਤੋਂ ਉੱਧਰ ਉੱਧਰ ਹੋ ਰਿਹਾ, ਤੇ ਪੰਜਾਬ ਦੇ ਗਰੀਬ ਲੋਕਾਂ ਦੇ ਗਰੀਬ ਮਾਰ ਕੀਤੀ ਇਹਨਾਂ ਲੋਕਾਂ ਨੇ। ਔਰ ਉਹ ਬਜ਼ੁਰਗ ਅਜੇ ਮਤਲਬ ਕਿ ਜਦੋਂ ਕਿ ਹੁਣ ਰੈਸਟ ਹੋਣੀ ਚਾਹੀਦੀ ਉਹਦੀ, ਪਰ ਉਹ ਰੈਸਟ ਨਹੀਂ, ਕਿ ਉਹ ਅਜੇ ਵੀ ਪਿਆਸ ਆ ਪਾਵਰ ਦੀ। ਤੇ ਜੇ ਕੋਈ ਇਨਸਾਨ ਕੋ ਖੁਦ ਕੋ ਚੱਲਿਆ ਨਹੀਂ ਜਾਂਦਾ, ਥੱਲੇ ਬੈਠ ਕੇ ਆਪਣੇ ਆਪ ਪਰ ਕੋ ਟੱਟੀ ਨਹੀਂ ਕੀਤੀ ਜਾਂਦੀ, ਉਹਦਾ ਨਾਲਾ ਤੱਕ ਉਹ ਬੰਦੇ ਨਹੀਂ, ਤੇ ਲਈ ਫਿਰਦਾ ਜੇ। ਤੇ ਜੇ ਇਸ ਇਨਸਾਨ ਦੀ ਜੀਂਦੇ ਜੀ ਇੱਕ ਵਾਰੀ ਚਾਂਸ ਤੇ ਦਿੰਦੇ, ਜਿੰਨੀ ਭੀੜ ਹੁਣ ਅੱਜ ਮਗਰ ਆ ਉਸਦੇ, ਅਗਰ ਇਹ ਜੀਂਦੇ ਜੀ ਕਰ ਦਿੰਦੇ ਇੰਨੀ ਭੀੜ, ਤੇ ਇੱਕ ਵਾਰੀ ਉਹਨਾਂ ਲੋਕਾਂ ਦੇ ਹੱਥੋਂ ਨਿਕਲ ਕੇ ਰਾਜ ਤੇ ਕਿ ਇਹੋ ਜਿਹੇ ਇਨਸਾਨਾਂ ਦੇ ਹੱਥਾਂ 'ਚ ਚਲੇ ਜਾਂਦਾ, ਤੇ 4 ਸਾਲ ਉਹਨਾਂ ਲੋਕਾਂ ਨੂੰ ਵੀ ਵੇਖਦੇ। ਪਹਿਲੋਂ ਤਾਂ ਕੋਈ ਉਹਨਾਂ ਦੇ ਅਗੇਂਸਟ ਕਿਸੇ ਦੇ ਖਲੋਣ ਹੀ ਨਹੀਂ ਡਿਆ, ਕੋਈ ਗੱਲ ਨਹੀਂ ਕਰਨ ਡਿਆ, ਤੇ ਉਹ ਜਿੱਥੇ ਵੀ ਪੈਸਾ ਵੇਖਦੇ ਉਹ ਲੋਕ ਉੱਥੇ ਹੀ ਕਰਦੇ। ਇੱਕ ਮੁੰਡਾ ਆਇਆ ਜੰਗ, 37 ਸਾਲ ਦਾ, ਉਹ ਪੰਜਾਬ ਦੀ ਬਿਹਤਰ ਹੀ ਸੋਚ ਰਿਹਾ ਹੈ, ਪਰ ਲੋਕਾਂ ਨੇ ਇਹੀ ਬਸ ਕਿਹਾ ਕਿ ਲੀਡਰ ਬਣਨਾ ਚਾਹੁੰਦਾ, ਤੇ ਬੁਰਾਈ ਵੀ ਕੀ ਹੁੰਦਾ। ਜੇ ਬਣ ਜਾਂਦਾ ਲੀਡਰ ਜਾਂ ਕੁਛ ਬਣਨਾ ਚਾਹੁੰਦਾ ਸੀ, ਤੇ ਉਹ ਬਣ ਜਾਂਦਾ ਦੇਸ਼ ਦਾ, ਪੰਜਾਬ ਦਾ, ਤੇ ਮੇਰੇ ਹਿਸਾਬ ਨਾਲ ਕੋਈ ਬੁਰਾਈ ਨਹੀਂ। ਕਿੱਥੇ ਇੰਨੇ 50 ਸਾਲਾਂ ਤੋਂ ਉਹ ਹੋਈ ਸੇਮ ਚਿਹਰੇ ਵੇਖੀ ਜਾਣ ਡੈ ਜੇ, ਜਿਨ੍ਹਾਂ ਨੇ ਬਸ ਲੁੱਟਿਆ ਹੀ ਆ। ਜੇ ਉਹਨਾਂ ਜੋਬਾਂ ਦਵਾਈਆਂ, ਈਵਨ ਉਹਨਾਂ ਦੀ ਮਾਂ ਵੀ ਚਲੇ ਵੀ ਗਈ ਹੈ, ਤੇ ਕੁਛ ਚੰਗੇ ਲਫ਼ਜ਼ ਕਹਿਣ ਲਈ ਉਹਦੀ ਗੈਰ ਹਾਜ਼ਰੀ ਵਿੱਚ ਵੀ ਨਹੀਂ ਹੈਗੇ ਵੀ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ। ਉਹ ਵੀ ਕਦੀ ਕਿਸੇ ਦੇ ਹੌਲਦਾਰ ਦੀ ਵੀ ਜੋਬ ਲੈਣੀ ਆ, ਕਲਰਕ ਦੀ ਵੀ ਜੋਬ ਲੈਣੀ ਆ, ਤੇ ਉਹਨੂੰ ਕਹਿੰਦੀ ਕਿ ਆ ਜੀ ਮੇਰੇ ਘਰ ਤੇ ਪੈਸੇ ਦੇ ਦੀ ਇੰਨੇ ਸਾਰੇ। ਤੇ ਜਿਹੜੇ ਵਿਚਾਰੇ ਨੇ ਅਜੇ ਜੋਬ ਲੈਣੀ ਆ, ਜੋਬ ਹੈ ਨਹੀਂ ਆ, ਜੋਬ ਤਾਂ ਹੀ ਕਰਨੀ ਆ ਕਿ ਪੈਸਾ ਨਹੀਂ ਹੈਗਾ, ਤੇ ਤਾਂ ਹੀ ਉਹ ਜੋਬ ਲੱਭਣ ਡਿਆ। ਤੇ ਪਹਿਲੋਂ ਇੱਡੇ ਸਾਰੀ ਥਈ ਮਤ ਕਿ ਉਹ ਮਾਤਾ ਜੀ ਨੂੰ ਚੜਾਉਂਦੇ ਹੁੰਦੇ ਸੀ। ਇਸ ਤਰ੍ਹਾਂ ਦੇ ਰਾਜ ਤੁਸੀਂ ਆਪਣੇ ਕਰਾ ਰਹੇ ਜੇ। ਤੇ ਜੇ ਯੂਥ ਜੋ ਕੋਈ ਉੱਠਿਆ ਹੀ, ਤੇ ਹੋਰ ਵੀ ਯੂਥ ਨਾਲ ਚੱਲਦਾ, ਉਹਦੇ ਸਾਰੇ ਨਾਲ ਰਲ ਕੇ ਚੱਲਦੇ, ਤੇ ਪੰਜਾਬ ਦਾ ਸੁਧਾਰ ਹੋ ਜਾਣਾ ਹੈ। ਕੇਜਰੀਵਾਲ ਨੂੰ ਕਿੰਨੇ ਪੈਸੇ ਦਿੱਤੇ, ਉਹਨੂੰ ਤੁਸੀਂ ਪਰਖਿਆ ਤਾਂ ਉਹਨੇ ਕੀ ਕੀਤਾ? ਜਿਹੜੇ ਸਦੀਆਂ ਤੋਂ ਸਿੱਖ ਤੇ ਹਿੰਦੂ ਪੰਜਾਬ ਦੇ ਵਿੱਚ ਇਕੱਠੇ ਰਹਿ ਰਹੇ ਆ, ਉਹਨਾਂ ਦੇ ਹਿੰਦੂਆਂ ਦੇ ਤੇ ਸਿੱਖਾਂ ਦੇ ਵਿਆਹ ਸਾਂਝੇ, ਉਹਨਾਂ ਦੇ ਘਰਾਂ 'ਚ ਜਾਣਾ, ਹਿੰਦੂਆਂ ਦੇ ਘਰਾਂ 'ਚ ਜਾਣਾ, ਹਿੰਦੂਆਂ ਨੇ ਸਿੱਖਾਂ ਦੇ ਘਰਾਂ 'ਚ ਆਉਣਾ। ਇਸ ਸਦੀਆਂ ਤੋਂ ਇੱਕ ਪੂਰੀ ਤਰ੍ਹਾਂ ਮਤਲਬ ਕਿ ਇੱਕ ਬੰਧਨ ਇਕੱਠਿਆਂ ਦਾ ਹੀ ਹਿੰਦੂ ਤੇ ਸਿੱਖਾਂ ਦਾ, ਤੇ ਉਹ ਹਿੰਦੂ ਤੇ ਸਿੱਖਾਂ ਨੂੰ ਪੜਾਉਣ ਲੱਗ ਪਿਆ ਕਿ ਹਿੰਦੂਆਂ ਨੂੰ ਖਤਰਾ ਵਾ। ਕਿਵੇਂ ਖਤਰਾ ਹੋ ਸਕਦਾ? ਤੇ ਤੁਸੀਂ ਉਹਨੂੰ ਵੋਟਾਂ ਦੇ ਰਹੇ। ਭਗਵੰਤ ਮਾਨ ਮੇਰੇ ਕਹਿਣ ਦਾ ਮਤਲਬ ਕੋਈ ਬੁਰਾ ਚੀਜ਼ ਨਹੀਂ ਆ, ਮਤਲਬ ਕਿ ਚੰਗਾ ਇਨਸਾਨ, ਪਰ ਜਿਸ ਪਾਰਟੀ ਦੇ ਨਾਲ ਆ, ਉਹ ਪਾਰਟੀ ਸਿਰਫ ਪੰਜਾਬ ਦੀ ਨਹੀਂ ਹੈਗੀ। ਪੰਜਾਬ ਤੋਂ ਅਜੇ ਉਹ ਕਹਿੰਦੇ ਇੱਕ ਮੀਲ ਹੀ ਬਾਹਰ ਜਾਂਦੇ ਆ, ਤੇ ਉਸੇ ਵੇਲੇ ਉਹ ਖਤਮ, ਉਹ ਸਿੱਖਾਂ ਦਾ ਤੇ ਮਲੀਆ ਮੇਟ ਕਰ ਦੇਣਾ ਚਾਹੁੰਦੇ ਆ। ਪਰ ਜੇ ਕੋਈ ਸਿੱਖੀ ਦੀਆਂ ਗੱਲਾਂ ਕਰਨ ਲਈ ਉੱਠਿਆ ਹੀ ਉਹ ਜੰਗ ਮੁੰਡਾ, ਉਹਨੂੰ ਆਪਾਂ ਰਹਿਣ ਨਹੀਂ ਦਿੱਤਾ। ਅਗਰ ਇੰਨੀ ਭੀੜ ਉਹਦੇ ਚੀਂਦੇ ਜੀ ਉਹਦੇ ਨਾਲ ਚੱਲਦੀ ਹੁੰਦੀ ਨਾ, ਤਾਂ ਸੜਕ ਦੇ ਸ਼ਰ ਗੱਲਾਂ ਵੀ ਨਾ ਹੋਣ ਡਿਆ ਹੁੰਦਾ। ਦੂਸਰਾ, ਮੈਂ ਨਹੀਂ ਸੋਚਦੀ ਕਿ ਦੀਪ ਸਿੱਧੂ ਦੀ ਜਿਹੜੀ ਮੌਤ ਆ, ਮੇਰੇ ਆਪਣੀ ਜੱਜਮੈਂਟ ਹੈ ਕਿ ਇਹ ਕਿਸੇ ਨੇ ਮਰਵਾਇਆ ਵਾ। ਐਕਸੀਡੈਂਟ ਹੋ ਜਾਂਦੇ ਆ, ਇੰਨੀ ਦੂਰ ਦਾ ਸਫ਼ਰ, 6 ਘੰਟੇ ਦਾ ਦਿੱਲੀ ਤੋਂ ਪੰਜਾਬ ਵੱਲ ਆਉਣਾ, 6-7 ਘੰਟੇ ਲੱਗ ਜਾਂਦੇ ਆ ਬੰਦੇ ਨੂੰ। ਨਹੀਂ ਉਹ ਤੋਂ ਇੱਕ ਰਾਤ ਪਹਿਲਾਂ ਨਾ ਕੋਈ ਸੁੱਤਾ ਹੋਵੇ, ਨੀਂਦ ਆਉਣ ਲੱਗ ਪੈਂਦੀ ਆ, ਸੁੱਤਾ ਵੀ ਹੋਵੇ ਤਾਂ ਵੀ ਨੀਂਦ ਆਉਣ ਲੱਗ ਪੈਂਦੀ ਆ।
ਡਰਾਈਵ ਕਰਦਿਆਂ ਨੀਂਦ ਆ ਸਕਦੀ ਆ, ਟਰੱਕ 'ਚ ਵੱਜ ਸਕਦਾ। ਐਕਸੀਡੈਂਟ ਇਸ ਤਰ੍ਹਾਂ ਹੁੰਦੇ ਰਹਿੰਦੇ ਆ। ਅਮਰੀਕਾ 'ਚ ਵੀ ਕਈ ਕਹਿਣ ਰਹੇ ਸੀ ਕਿ ਪੰਜਾਬ ਉੱਥੇ ਸੜਕਾਂ ਦਾ ਸੁਧਾਰ ਹੋਣਾ ਚਾਹੀਦਾ ਕਿ ਐਕਸੀਡੈਂਟ ਵੀ ਕਿਉਂ ਹੋਏ। ਇੱਥੇ ਵੀ ਬੜੇ ਐਕਸੀਡੈਂਟ ਹੁੰਦੇ ਆ। 20-30% ਇਹੋ ਜਿਹੇ ਲੋਕ ਹੈ ਜਿਹੜੇ ਵਿਚਾਰੇ ਚੰਗੀ ਸਰੀਰਾਂ ਵਾਲੇ ਹੀ, ਸਾਰਾ ਕੁਛ ਸੀ ਵਧੀਆ, ਐਕਸੀਡੈਂਟ ਨਾ ਉਹ ਡਿਸੇਬਲ ਹੋ ਚੁੱਕੇ। ਤੇ ਬਹੁਤ ਸਾਰੇ ਬੱਚੇ ਅਜੇ ਅਮਰੀਕਾ ਵਾ, ਸਭ ਜਗ੍ਹਾ ਤੇ ਐਕਸੀਡੈਂਟ ਹੋ ਸਕਦੇ ਆ। ਉਹ ਇੱਕ ਐਕਸੀਡੈਂਟ ਹੀ, ਲੇਕਿਨ ਕਾਫੀ ਪੇਨਫੁਲ ਸੀ ਉਹਦੇ ਲਈ। ਪਰ ਹਮੇਸ਼ਾ ਜ਼ਿਆਦਾ ਉਹ ਜੀਂਦਾ ਹੀ ਤਾਂ ਬੜੀ ਵਾਰ ਗਿਆ ਉਹਨਾਂ ਬਜ਼ੁਰਗਾਂ ਵੱਲ ਕਿ ਆਪਾਂ ਇੱਕ ਇਕੱਠੇ ਹੋ ਜਾਈਏ, ਇੱਕ ਗੱਲ ਕਰੀਏ। ਨਹੀਂ ਅਸੀਂ ਤੇ ਨਸਿਆ ਮੰਨੀ, ਤੂੰ ਚੱਲ ਨਿਕਲ ਬਾਹਰ। ਜਦੋਂ ਉਹਨੇ ਝੰਡਾ ਉੱਥੇ ਕੀਤਾ ਚੜਾਇਆ, ਉਸ ਤੋਂ ਬਾਅਦ ਤੇ ਉਹਨੂੰ ਕਿਸੇ ਨੇ ਵਾਪਸ ਵੜਨ ਹੀ ਨਹੀਂ ਦਿੱਤਾ। ਉਹ ਕਦੀ ਇੱਧਰ ਤੁਰਿਆ ਫਿਰਦਾ ਰਿਹਾ ਕਮਲਿਆਂ ਵਾਂਗੂ, ਕਦੀ ਉੱਧਰ ਤੁਰਿਆ ਫਿਰਦਾ ਰਿਹਾ। ਅਗਰ ਉਹਦੀਆਂ ਛੋਟੀਆਂ ਸਕਿੱਟ ਕੱਢ ਕੇ ਵੇਖੋ ਜਿਹੜੀਆਂ ਉਹਨੇ ਬੋਲੀਆਂ ਨੇ, ਹੁਣ ਸਾਰੇ ਕੱਢ ਕੇ ਲਾ ਰਹੇ ਨੇ। ਇਹ ਇੱਕ ਬਹੁਤ ਵਧੀਆ ਮੈਸੇਜ ਸੀ ਕਿ ਅਸੀਂ ਝਾੜੂ ਵਰਗੇ ਨਹੀਂ ਆ, ਝਾੜੂ ਵਾਲੇ ਨਹੀਂ ਆ, ਅਸੀਂ ਕੁਰਬਾਨਾਂ ਸੰਭਾਲਣ ਵਾਲੇ ਆ। ਅਸੀਂ ਪੁੱਤਰ ਆ ਸਿੱਖੀ ਦੇ, ਅਸੀਂ ਆ ਸਿਰੀ, ਸਾਡੀ ਪਛਾਣ ਆ, ਸਾਡੀ ਪਛਾਣ ਝਾੜੂ ਨਹੀਂ ਆ। ਕਿੰਨੀ ਵਧੀਆ ਗੱਲ ਕੀਤੀ ਉਹਨੇ, ਪਰ ਆਪਾਂ ਉਦੋਂ ਸੁਣੀ ਨਹੀਂ। ਜੋ ਜੀਂਦਾ ਸੀ ਉਦੋਂ ਨਹੀਂ ਸੁਣੀ, ਪਰ ਜਾਣ ਤੋਂ ਬਾਅਦ ਉਹਦੀ ਹਰ ਚੀਜ਼ ਸੁਣ ਰਹੇ ਆ। ਤੇ ਹੁਣ ਕੀ ਫਾਇਦਾ ਜੇ ਜੂਤ ਅੱਗੇ ਆਇਆ ਹੀ ਨਾ। ਤੇ ਜਿਹੜਾ ਪੁਰਾਣੇ ਜਾਂ ਤੇ ਪੁਰਾਣਿਆਂ ਨੇ, ਜਿਵੇਂ ਬਾਦਲਾਂ ਨੇ, ਕੈਪਟਨਾਂ ਨੇ ਕੋਈ ਚੰਗਾ ਕੰਮ ਕੀਤਾ ਹੈਗਾ ਸਾਡੇ ਪੰਜਾਬ ਲਈ, ਕਦੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਤਾ, ਕਦੀ ਜਿਹੜੇ ਲੋਕ ਹਵੇਲੀ ਆ ਤਾਂ ਉਹਦੇ ਓਨਰ ਨੂੰ ਇਹ ਹਵੇਲੀ ਜ਼ਿਆਦਾ ਚੱਲਣ ਦੀ, ਇਹ ਮੈਨੂੰ ਦੇ ਦਿਓ, ਆ ਬ੍ਰੈਡ ਦੀ ਦੁਕਾਨ ਮੈਨੂੰ ਦੇ ਦਿਓ। ਇੰਨੀ ਭੁੱਖ ਵੱਜੀ ਹੋਈ ਆ ਪੰਜਾਬ ਨੂੰ, ਲੁੱਟ ਕੇ ਸਾਰਾ ਕੁਛ ਆਪ ਹੀ, ਜਿਹੜੀ ਚੀਜ਼ ਚੰਗੀ ਚੱਲਦੀ ਹੈ ਉਹ ਸਾਰਾ ਕੁਛ ਆਪ ਹੀ ਲੈ ਜਾਂਦੇ। ਤੇ ਜੇ ਕੁਛ ਚਿਰ ਲਈ ਦੇਖ ਲੈਂਦੇ, ਉਹਦੀ ਵਿਚਾਰਧਾਰਾ ਨਾਲ ਚੱਲ ਕੇ ਵੇਖ ਲੈਂਦੇ, ਜੇ ਤੁਹਾਨੂੰ ਨੁਕਸਾਨ ਹੁੰਦਾ ਤਾਂ ਉਹਨੂੰ ਕੱਢ ਕੇ ਬਾਹਰ ਮਾਰਦੇ। ਪਰ ਹੁਣ ਕੀ ਫਾਇਦਾ ਇੰਨੀ ਭੀੜ ਦਾ। ਮੈਂ ਨਹੀਂ ਕਹਿੰਦੀ ਕਿਸੇ ਨੇ ਮਰਵਾਇਆ, ਪਰ ਖੈਰ ਜੀਂਦੇ ਜੀ ਉਹਦੀ ਵਿਚਾਰਧਾਰਾ ਹੀ ਨਹੀਂ ਸਮਝਾਈ ਤੁਹਾਨੂੰ। ਤੇ ਹੁਣ ਸਾਰਾ ਕੁਝ ਸਮਝ ਆ ਗਿਆ। ਨਹੀਂ ਵੀ ਮਿਲਦੇ ਵਿਚਾਰ, ਪਰ ਕਮ ਸੇ ਕਮ ਕਿੱਥੇ ਇੰਨਾ ਚਾਂਸ ਤੁਸੀਂ ਇੰਨੀ ਇੱਕ ਹੀ ਪਰਿਵਾਰ ਚੋਂ ਨਿਕਲਣ ਦੀ ਕਿਸੇ ਦੀ ਹਿੰਮਤ ਨਹੀਂ ਹੈ ਕਿ ਦੂਸਰਾ ਕੋਈ ਆ ਸਕੇ। ਜਿਹੜਾ ਵੀ ਆਇਆ ਕੋਈ ਗੱਲ ਕਰਦਾ ਵਾ, ਉਹਦੀ ਕੋਈ ਕੀਮਤ ਹੀ ਨਹੀਂ ਰਹਿੰਦੀ ਬਾਅਦ 'ਚ। ਜਿਹੜਾ ਵੀ ਉਹਨਾਂ ਦੇ ਅਗੇਂਸਟ ਬੋਲਦਾ ਵਾ, ਖਹਿਰਾ ਹੋਇਆ, ਸਿੱਧੂ ਹੋਇਆ, ਉਹਨਾਂ ਦੀ ਬਾਅਦ ਵਿੱਚ ਉਹਨਾਂ ਨੂੰ ਨੁਕਰੇ ਲਾ ਦਿੱਤਾ ਜਾਂਦਾ ਵਾ, ਕਿਉਂਕਿ ਉਹਨਾਂ ਦੇ ਅਗੇਂਸਟ ਕੋਈ ਬੋਲ ਨਹੀਂ ਸਕਦਾ। ਤੇ ਕੀ ਪਰਿਵਾਰ ਦੇ ਵਿੱਚ ਫਸਿਆ ਹੋਇਆ ਕੰਮ। ਪਰ ਖੈਰ ਇੱਕ ਜੰਗ ਬੱਚਾ ਉੱਠਿਆ ਹੀ, ਇਹ ਵੀ ਉਹ ਬੱਚਾ ਇਹ ਨਹੀਂ ਵੀ ਗਲੀਆਂ ਦੇ ਵਿੱਚ ਨਸ਼ੇ ਕਰਦਾ ਹੀ ਤੇ ਚਲੇ ਗਿਆ। ਐਜੂਕੇਸ਼ਨ ਉਹਨੇ ਲਈ, ਪਿਕਚਰਾਂ 'ਚ ਉਹਨੇ ਕੰਮ ਕੀਤਾ, ਸਿੱਖੀ ਦੀ ਉਹਨੂੰ ਗਿਆਨ। ਜੇ ਗਿਆਨ ਨਾ ਹੁੰਦਾ ਤਾਂ ਉਹ ਗੱਲਾਂ ਕਿਵੇਂ ਕਰ ਸਕਦਾ ਇਸ ਸਟੇਜ 'ਤੇ। ਪਰ ਘਰ ਤੋਂ ਜ਼ਿਆਦਾ ਟਾਈਮ ਉਹ ਬਾਹਰ ਰਹਿ ਕੇ ਲੋਕਾਂ ਦੇ ਵਿੱਚ ਗੱਲਾਂ ਕਰ ਰਿਹਾ ਹੁੰਦਾ ਹੈ। ਇਹ ਨਹੀਂ ਵੀ ਉਹ ਘਰ ਬੈਠਾ ਹੈ ਤਾਂ ਕੁਛ ਕਰਨ ਦੀ ਉਹਦੀ ਤਾਂਘ ਸੀ। ਉਹ ਆਪਾਂ ਨੂੰ ਚਾਂਸ ਹੀ ਨਹੀਂ ਦਿੱਤਾ ਉਹਦੀ ਕੁਛ ਕਰਨ ਦੀ, ਕੁਛ ਬਣਨ ਦੀ। ਬਹੁਤ ਹੀ ਜੈਲਸ ਰਹੀ ਸਭ ਨੂੰ ਕਿ ਉਹ ਲੀਡਰ ਬਣਨਾ ਚਾਹੁੰਦਾ। ਤੇ ਮੈਨੂੰ ਨਹੀਂ ਲੱਗਦਾ ਇਹ 'ਚ ਕੋਈ ਬੁਰਾਈ ਆ। ਕਿਉਂ ਨਹੀਂ ਚਾਂਸ ਦਿੱਤਾ ਆਪਾਂ? ਜੇ ਸਗੋਂ ਸਪੋਰਟ ਕਰਨੀ ਚਾਹੀਦੀ ਸੀ ਵੀ ਸ਼ੁਕਰ ਕੋਈ ਆਇਆ ਤੁਹਾਨੂੰ ਲੀਡਰ ਬਣਾ ਕੇ ਰੱਖਦੇ, ਤੇ ਉਹਨੂੰ ਮਤਲਬ ਕਿ ਉਹ ਸ਼ਾਇਦ ਕੋਈ ਪੰਜਾਬ ਲਈ ਚੰਗਾ ਸੋਚਦਾ, ਚੰਗੇ ਕੰਮ ਕਰਦਾ। ਚਾਂਸ ਦਿੰਦੇ ਤੇ ਫਿਰ ਹੀ ਪਤਾ ਲੱਗਦਾ। ਪਰ ਉਹਨੂੰ ਤੇ ਉਹ ਕਿਸਾਨੀ ਮੋਰਚੇ 'ਚ, ਸਾਨੂੰ ਤੇ ਪਛਾਣ, ਮੈਨੂੰ ਤੇ ਬਿਲਕੁਲ ਪਛਾਣ ਹੀ ਉਹਦੀ ਕਿਸਾਨੀ ਮੋਰਚੇ 'ਚ ਆਈ। ਮੈਂ ਪਹਿਲੀ ਵਾਰ ਉਸ ਇਨਸਾਨ ਨੂੰ ਵੇਖਿਆ।
तो उदों ही लगा कि वो इंसान कोई कर गुजरना चाहता, कुछ करना चाहता पंजाब लिए। नहीं तो वो सब कुछ जिस इंसान को अपने आराम ना रवे, सानू की लगे, जो मर्जी होंदा रवे, इदां सोच सकदा, पर नहीं। तो चलो जे ये भी पोखिया जां ये तां गया, तो जे बनदा तो की बुराई होनी ही। जो अगे हो चुका वा साडे नाल, पंजाब दे नाल, पंजाब दे लोकां नाल, साडे धर्म नाल, ये तो ज़्यादा बदतर तो नहीं होना ना। ਉਹਦੇ ਆਇਆ ਇਹੋ ਜਿਹੀ ਕਿਹੋ ਜਿਹੀ ਉਹਦੀ ਵਿਚਾਰਧਾਰਾ ਸੀ ਕਿ ਉਹਦੇ ਜੀਂਦੇ ਜੀ ਤੁਸੀਂ ਸਹਿਮਤ ਹੀ ਨਹੀਂ ਹੋ ਸਕੇ ਉਹਦੀ ਵਿਚਾਰਧਾਰਾ ਨਾਲ, ਤੇ ਮਰਨ ਦੇ ਬਾਅਦ ਤੁਸੀਂ ਇੱਕ ਐਸੀ ਰੂਹ ਹੋ ਗੁਜ਼ਰੀ ਕਿ ਹਰ ਅੱਖਾਂ ਦੇ ਵਿੱਚੋਂ ਅਥਰੂ ਆਏ ਉਹਦੀ ਮੌਤ ਦੇ। ਮਰਦੇ ਤੇ ਰੋਜ਼ ਹੀ ਆ ਲੋਕ, ਕੁਛ ਹੈ ਤੇ ਸੀ ਨਾ ਉਹਦੇ 'ਚ, ਇਸ ਕਰਕੇ ਅਥਰੂ ਆਏ ਨਾ, ਹਰ ਅੱਖ 'ਚੋਂ ਅਥਰੂ ਆਏ। ਹਰ ਦੇਸ਼ ਦੇ ਵਿੱਚ ਉਹਦੇ ਲਈ ਪਾਠ ਰੱਖੇ ਜਾ ਰਹੇ ਆ। ਕੁਛ ਤੇ ਸੀ ਉਹਦੇ ਕੋਲ, ਪਰ ਜੀਂਦੇ ਜੀ ਉਹਨੂੰ ਬਿਲਕੁਲ ਸਮਝਿਆ ਨਹੀਂ ਆ। ਬਹੁਤ ਤਕਲੀਫ ਦੇ ਵਿੱਚ, ਬਹੁਤ ਜ਼ਿਆਦਾ ਤਕਲੀਫ ਵਾਲਾ ਉਹਦਾ ਐਕਸੀਡੈਂਟ ਸੀ। ਮੇਰੀ ਆਪਣੀ ਵਿਚਾਰਧਾਰਾ ਕਿ ਉਹਨੂੰ ਕਿਸੇ ਨੇ ਨਹੀਂ, ਬਸ ਇਹ ਇੱਕ ਸੜਕ ਹਾਦਸਾ ਵਾ। ਪਰ ਇਹ ਵਾ ਕਿ ਜਦੋਂ ਕੋਈ ਇਨਸਾਨ ਜੂਤ ਵਿੱਚੋਂ ਕੋਈ ਜੰਗ ਬੱਚਾ ਉੱਠਿਆ ਵਾ ਤਾਂ ਉਹਦਾ ਸਾਥ ਦਿਓ, ਸ਼ਾਇਦ ਸਾਡੇ ਪੰਜਾਬ ਦਾ ਸੁਧਾਰ ਹੋ ਸਕੇ। ਸਾਡੇ ਪੰਜਾਬ ਦੀ ਜਿਹੜੇ ਲੋਕ ਸਦੀਆਂ ਤੋਂ ਉੱਥੇ ਜੋ ਦੋ ਨਾਂ ਚੱਲਣ ਡਏ ਨੇ, ਉਹਨਾਂ ਨੂੰ ਘਰ ਭੇਜਿਆ ਜਾਏ ਤੇ ਕਿਸੇ ਹੋਰ ਫਰੈਸ਼ ਕਿਸੇ ਇਨਸਾਨ ਕੋ ਨੂੰ ਮੌਤਵਰੀ ਦਿੱਤੀ ਜਾਏ ਕਿ ਸ਼ਾਇਦ ਉਹ ਪੰਜਾਬ ਦਾ ਸੁਧਾਰ ਕਰ ਸਕੇ। ਪਰ ਸਾਰੇ ਆਪੋ ਆਪਣੇ ਲਾਲਚਾਂ ਲਈ, ਕਿਸੇ ਨੂੰ ਜੌਬ ਮਿਲ ਜਾਂਦੀ ਆ, ਕਿਸੇ ਨੂੰ ਛੋਟੀ ਮੋਟੀਆਂ ਬਿਜ਼ਨਸ ਦੇ ਵਿੱਚ ਫਾਇਦੇ ਮਿਲ ਜਾਂਦੇ ਆ, ਤੇ ਇਸੇ ਕਰਕੇ ਲੋਕ ਉਹਨਾਂ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਤੇ ਝੂਠ ਨੂੰ ਉੱਤੇ ਆਪਣੇ ਸਿਰ ਦੇ ਉੱਪਰ ਸਜਾ ਕੇ ਬੈਠੇ ਰਹਿੰਦੇ ਆ। ਦੀਪ ਸਿੱਧੂ ਨੇ ਬਹੁਤ ਟਾਈਮ ਦਿੱਤਾ ਪਿਛਲੇ 2-3 ਸਾਲਾਂ ਤੋਂ, ਜਦੋਂ ਦਾ ਕਿਸਾਨ ਮੋਰਚੇ ਤੋਂ ਅਸੀਂ ਵੇਖਿਆ ਉਹਨੇ ਬਹੁਤ ਜ਼ਿਆਦਾ ਟਾਈਮ ਦਿੱਤਾ ਸਭ ਨੂੰ, ਬਹੁਤ ਜ਼ਿਆਦਾ। ਉਹ ਭੱਜਾ ਹੀ ਫਿਰਦਾ ਰਿਹਾ, ਬਥੇਰੀਆਂ ਉਹਨੇ ਆਪਣੀਆਂ ਸਫਾਈਆਂ ਦਿੱਤੀਆਂ, ਕਦੀ ਕਿਸੇ ਨੁਕਰੇ ਬਹਿ ਕੇ ਤੇ ਕਦੀ ਕਿਸੇ ਨੁਕਰੇ ਬੈਠੇ। ਪਰ ਕਿਸੇ ਨੇ ਸਮਝਿਆ ਨਹੀਂ। ਇੱਕ ਲਫ਼ਜ਼ ਦੱਸਣ ਦੇ ਕਿ ਉਹਨੇ ਸਹੀ ਕਿਹਾ ਸੀ ਕਿ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ। ਉਹ ਗੱਲ ਹੋਈ। ਜਾਣ ਤੋਂ ਬਾਅਦ ਪੂਰਾ ਕਾਰਵਾਂ ਉਹਦੇ ਪਿੱਛੇ ਤੁਰ ਪਿਆ। ਤੁਰੇ ਦਾ ਕੋਈ ਫਾਇਦਾ ਉਹ ਤਾਂ ਹੈ ਹੀ ਨਹੀਂ ਹੈ। ਅਗਰ ਜੀਂਦੇ ਜੀ ਇਸ ਤਰ੍ਹਾਂ ਦਾ ਕਾਰਵਾ ਚੱਲਦਾ, ਕਹਿੰਦੇ ਵੀ ਤੂੰ ਕੁਛ ਬਣ, ਸਾਡੇ ਪੰਜਾਬ ਦਾ ਕੁਛ ਕਰ, ਤੇ ਅਸੀਂ ਤੇਰੇ ਨਾਲ ਆ, ਨਾ ਕਿ ਇਹ ਕਹਿੰਦੇ ਕਿ ਤੂੰ ਕੁਛ ਬਣ ਜਾਣਾ, ਤੇ ਬਣ ਵੀ ਜਾਂਦਾ ਤੇ ਕੀ ਬੁਰਾਈ। ਲੱਤਾਂ ਖਿੱਚਦੇ ਰਹੇ ਉਹਦੀਆਂ ਜੀਂਦੇ ਜੀ। ਜੋ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ। ਜੰਗ ਬੱਚੇ ਦਾ, ਇੰਨੇ ਐਕਟਿਵ ਇਨਸਾਨ ਦਾ, ਆਪਣੇ ਸਰੀਰ ਦਾ ਪੂਰਾ ਧਿਆਨ ਰੱਖਣ ਵਾਲੇ ਦਾ, ਹਰ ਚੀਜ਼ ਤੇ ਚੜ ਕੇ ਰਹਿਣ ਵਾਲੇ ਦਾ, ਔਰ ਸਾਰਾ ਟਾਈਮ ਦੇਣ ਲਈ ਸਭ ਨੂੰ, ਇਹ ਹਾਲ ਹੋ ਗਿਆ ਉਹਦਾ। ਕੁਛ ਪਰਸਨਲ ਲਾਈਫ ਬਾਰੇ ਮੈਨੂੰ ਕੁਛ ਉਹਦੇ ਪਤਾ ਨਹੀਂ ਹੈਗਾ ਕਿ ਉਹਦੀ ਪਰਸਨਲ ਲਾਈਫ 'ਚ ਕੌਣ ਕੌਣ ਉਹਦੇ ਘਰ 'ਚ ਆ, ਕਿਉਂਕਿ ਉਹਨੇ ਬਹੁਤ ਜ਼ਿਆਦਾ ਪ੍ਰਾਈਵੇਟ ਰੱਖੀ ਆ। ਬਸ ਮੈਨੂੰ ਤੇ ਦੀਪ ਸਿੱਧੂ ਦਾ ਹੀ ਪਤਾ ਲੱਗਾ, ਜੋ ਕਿਸਾਨੀ ਮੋਰਚੇ 'ਚ ਬਹੁਤ ਸਾਰੀਆਂ ਮੈਂ ਵੀਡੀਓ ਵੀ ਬਣਾਈਆਂ, ਕਿੱਦਾਂ ਲੱਗਣ ਡਿਆ ਸੀ ਕਿ ਹੱਕ ਦੀਆਂ ਗੱਲਾਂ ਕਰਨ ਡਿਆ, ਪੰਜਾਬ ਦੀਆਂ ਗੱਲਾਂ ਕਰਨ ਡਿਆ, ਸਾਡੇ ਪੰਜਾਬ ਨੂੰ ਉੱਤੇ ਚੁੱਕਣ ਲਈ ਗੱਲ ਕਰ ਰਿਹਾ।
ਤੇ ਜਦੋਂ ਕੋਈ ਮੇਰੇ ਸ਼ਹਿਰ ਦੀ, ਮੇਰੇ ਸਟੇਟ ਦੀ ਗੱਲ ਕਰੇ ਤੇ ਚੰਗਾ ਲੱਗੂਗਾ ਹੀ ਨਾ। ਤੇ ਉੱਥੇ ਪਤਾ ਲੱਗਾ ਕਿ ਦੀਪ ਸਿੱਧੂ ਕੋਈ ਹੈਗਾ, ਉਹ ਤੋਂ ਪਹਿਲਾਂ ਬਿਲਕੁਲ ਨਹੀਂ ਸੀ ਪਤਾ। ਰਹੀ ਗੱਲ ਉਹਦੀ, ਮੈਂ ਜਾਣਨਾ ਚਾਹਿਆ ਕਿ ਉਹਦੀ ਫੈਮਿਲੀ ਕੌਣ ਆ, ਕੌਣ ਨਹੀਂ ਹੈਗਾ, ਤੇ ਉਹ ਮੈਨੂੰ ਕੋਈ ਇੱਕ ਉਹਦੇ ਬ੍ਰਦਰ ਮਨਦੀਪ ਤੋਂ ਇਲਾਵਾ ਹੋਰ ਮੈਨੂੰ ਕਿਸੇ ਦੀ ਪਿਕਚਰ ਨਹੀਂ ਨਜ਼ਰ ਆਈ। ਹੋਰ ਮੈਨੂੰ ਪਤਾ ਨਹੀਂ ਕਿ ਕੌਣ ਆ ਤੇ ਕੌਣ ਨਹੀਂ ਹੈਗੀ ਫੈਮਿਲੀ। ਕਿ ਇੱਦਾਂ ਹੀ ਮੈਂ ਜਿਵੇਂ ਮੈਂ ਰੀਡ ਕੀਤਾ ਹੈਗਾ ਵੈਬਸਾਈਟ ਤੋਂ, ਉਹਨੇ ਬਹੁਤ ਜ਼ਿਆਦਾ ਪਰਸਨਲ ਰੱਖੀ ਹੋਈ ਹੈ ਆਪਣੀ ਲਾਈਫ ਨੂੰ, ਤੇ ਇਹ ਉਹਦੀ ਮਰਜ਼ੀ ਆ। ਪਰ ਉਹਨੇ ਹਰ ਲੋਕਾਂ ਨੂੰ ਬਹੁਤ ਟਾਈਮ ਦਿੱਤਾ। ਉਹ ਬਾਹਰ ਨਿਕਲ ਕੇ ਆਇਆ ਸੀ ਤੇ ਆਪਾਂ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਸੀ। ਜੋ ਵੀ ਜੇ ਲੀਡਰ ਦੀ ਭੁੱਖ ਹੀ ਜੋ ਕੁਛ ਸੀ ਉਹਨੂੰ ਬਣਾ ਲੈਂਦੇ ਤੇ ਫਿਰ ਦੇਖਦੇ ਕਮ ਸੇ ਕਮ ਇੱਕੋ ਹੀ ਖਸੀ ਫਿਟੀ ਮਤਲਬ ਕਿ ਲੋਕਾਂ ਨੂੰ ਚੌਧਰ ਦੇ ਕੇ ਕੀ ਖੱਟਿਆ ਜੇ ਪੰਜਾਬ 'ਚ। ਚੰਗੇ ਚੰਗੇ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਮਰਵਾ ਛੱਡੇ। ਕੀ ਨਹੀਂ ਕੀਤਾ ਉਹਨਾਂ ਨੇ ਪੰਜਾਬ ਦਾ ਬੁਰਾ। ਤੇ ਜੇ ਇਹ ਯੂਥ ਵਿੱਚੋਂ ਇਹ ਜੰਗ ਬੱਚਾ ਉੱਠਿਆ ਹੀ ਤਾਂ ਆਪਾਂ ਸਾਰੇ ਚੱਲਦੇ ਉਹਦੇ ਨਾਲ, ਜਿਵੇਂ ਅੱਜ ਚੱਲੇ ਆ, ਜੀਂਦੇ ਜੀ ਚੱਲਦੇ, ਤੇ ਪਿਕਚਰ ਸ਼ਾਇਦ ਕੁਛ ਹੋਰ ਹੁੰਦੀ। ਹੁਣ ਤੇ ਉਹ ਇਸ ਧਰਤੀ ਤੋਂ ਚਲੇ ਗਿਆ ਵਾ, ਪਰ ਹਰ ਅੱਖ ਰੋਈ ਆ, ਚਾਹੇ ਉਹਦੇ ਦੁਸ਼ਮਣ ਦੀ ਹੀ ਤੇ ਚਾਹੇ ਉਹਦੇ ਮਿੱਤਰ ਦੀ ਹੀ। ਕੋਈ ਚੰਗੀ ਰੂਹ ਲੱਗਦੀ ਸੀ ਕਿ ਜਿਵੇਂ ਮੈਂ ਸੁਣ ਰਹੀ ਹਾਂ ਇੱਧਰੋਂ ਅਨਾਉਂਸ ਹੁੰਦਾ ਵਾ ਕਿ ਇਸ ਦਿਨ ਦੀਪ ਸਿੱਧੂ ਦਾ ਪਾਠ ਦਾ ਭੋਗ ਹੋਊਗਾ, ਇਸ ਦਿਨ ਦੀਪ ਸਿੱਧੂ ਦੇ ਪਾਠ ਦਾ ਭੋਗ ਹੋਊਗਾ, ਇਸ ਦਿਨ। ਤਾਂ ਉਸ ਟਾਈਮ ਤੁਹਾਡੇ ਲੂਈ ਕੰਢੇ ਅੰਦਰੋਂ ਖੜੇ ਹੁੰਦੇ ਆ, ਤੁਹਾਡੀ ਆਪਣੀ ਖੁਦ ਦੀ ਰੂਹ ਨੂੰ ਇੱਦਾਂ ਸਕੂਨ ਜਿਹਾ ਮਿਲਦਾ ਕਿ ਇਹ ਕਿਸ ਤਰ੍ਹਾਂ ਦੀ ਰੂਹ ਹੀ, ਕਿ ਇੰਨੇ ਪਾਠ ਹੋ ਰਹੇ ਉਹਦੇ ਲਈ, ਇੰਨੀ ਭਗਤੀ ਹੋ ਰਹੀ ਉਹਦੇ ਲਈ, ਅਰਦਾਸਾਂ ਹੋ ਰਹੀਆਂ ਨੇ। ਜਿੱਦਣ ਹੀ ਲੋਕਾਂ ਨੇ ਇੱਥੇ ਬਾਹਰਲੇ ਮੁਲਕਾਂ 'ਚ ਸੁਣਿਆ, ਉਹਨਾਂ ਨੇ ਜਾ ਜਾ ਕੇ ਅਰਦਾਸਾਂ ਕੀਤੀਆਂ ਇਕੱਠੇ ਹੋ ਕੇ। ਪਰ ਇੱਦਾਂ ਹੀ ਪੰਜਾਬ ਦੇ ਵੀ ਲੋਕ ਸਾਰੇ ਉਹਦੀ ਸੁਣਦੇ। ਜਿਹੜੀਆਂ ਉਹਦੀਆਂ ਬੁਰਾਈਆਂ ਸੀ ਉਹ ਆਪੇ ਹੌਲੀ ਟਾਈਮ ਪਾ ਕੇ ਦੂਰ ਹੋ ਜਾਣੀਆਂ ਸੀ। ਤਜਰਬੇ ਨਾਲ ਹੀ ਇੱਕਦਮ ਕੋਈ ਨਹੀਂ ਬਣ ਕੇ ਨਿਕਲਦਾ, ਪਰਫੈਕਟ ਨਹੀਂ ਬਣ ਕੇ ਇਸ ਧਰਤੀ 'ਤੇ ਕੋਈ ਆਉਂਦਾ। ਹੌਲੀ ਚੱਲਦਿਆਂ ਇਸ ਸੜਕ ਦੇ ਉੱਤੇ ਲੋਕ ਸਿੱਖਦੇ ਜਾਂਦੇ ਆ, ਚੰਗੀਆਂ ਚੀਜ਼ਾਂ ਅਪਣਾਉਂਦੇ ਜਾਂਦੇ ਆ, ਬੁਰੀਆਂ ਨੂੰ ਸੁੱਟਦੇ ਜਾਂਦੇ ਆ। ਟਾਈਮ ਪੈਣ ਨਾਲ ਉਹਦੇ ਵਿੱਚ ਵੀ ਇਹ ਸਭ ਚੀਜ਼ਾਂ ਠੀਕ ਹੋ ਜਾਣੀਆਂ ਸੀ, ਪਰ ਉਹਦੀ ਵਿਚਾਰਧਾਰਾ ਨਾਲ ਨਹੀਂ ਸਹਿਮਤ ਹੋਇਆ ਕੋਈ। ਚਲੋ, ਉਹ ਤੇ ਜਾ ਚੁੱਕਾ। ਸਾਡੀ ਇਹੋ ਹੀ ਪਰਮਾਤਮਾ ਕੋਲ ਅਰਦਾਸ ਆ ਕਿ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਆਪਣੇ ਚਰਨਾਂ ਵਿੱਚ ਉਹਨੂੰ ਨਿਵਾਸ ਦੇਣ ਤੇ ਉਹਨੂੰ ਹੋਰ ਕਿਸੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਉਹਦਾ ਨਿਵਾਸ ਗੁਰੂ ਦੇ ਚਰਨਾਂ ਵਿੱਚ ਹੋਵੇ। ਬਹੁਤ ਤਕਲੀਫ ਝਰੀ ਉਹਨੇ ਇੱਥੇ, ਬਹੁਤ ਜ਼ਿਆਦਾ, ਤੇ ਵਾਹਿਗੁਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਥੈਂਕ ਯੂ ਦੋਸਤੋ। ਇਹ ਸੀ ਦੀਪ ਸਿੱਧੂ।